ਅੱਜ ਆਓ ਅਸੀਂ ਉਪਦੇਸ਼ ਰਿਲੇਖ ਪਰਮੇਸ਼ਵਰ ਦਾ ਦਾਗ ਅਤੇ ਦਰਿੰਦੇ ਦਾ ਦਾਗ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਅਧਿਆਇ 13 ਖੋਲੀਏ। ਅਧਿਆਇ 13 ਵਚਨ 1। ਮੈਂ ਇੱਕ ਦਰਿੰਦੇ ਨੂੰ ਸਮੁੰਦਰ ਵਿੱਚੋਂ ਨਿਕਲਦਿਆਂ ਡਿਠਾ, ਜਿਹਦੇ 10 ਸਿੰਗ ਅਤੇ 7 ਸਿਰ ਸਨ। ਉਹਦੀਆਂ ਸਿੰਗਾਂ ਉੱਤੇ 10 ਮੁਕੁਟ ਅਤੇ ਉਹਦਿਆਂ ਸਿਰਾਂ ਉੱਤੇ ਕੁਫਰ ਦੇ ਨਾਉ ਸਨ। ਅਤੇ ਜਿਹੜਾ ਦਰਿੰਦਾ ਮੈਂ ਡਿਠਾ ਉਹ ਚੀਤੇ ਵਰਗਾ ਸੀ ਅਤੇ ਉਹਦੇ ਪੈਰ ਰਿੱਛ ਦਿਆਂ ਪੈਰਾਂ ਜਿਹੇ ਸਨ ਅਤੇ ਉਹਦਾ ਮੂੰਹ ਬੱਬਰ ਸ਼ੇਰ ਦੇ ਮੂੰਹ ਜਿਹਾ ਸੀ। ਅਤੇ ਅਜਗਰ ਨੇ, ਇੱਥੇ ਅਜਗਰ ਇਬਲਿਸ ਅਰਥਾਤ ਸ਼ੈਤਾਨ ਹੈ, ਆਪਣੀ ਸਮਰੱਥਾ ਅਤੇ ਆਪਣੀ ਗੱਦੀ ਅਤੇ ਵੱਡਾ ਇਖਤਿਆਰ ਉਹਨੂੰ ਦਿੱਤਾ। ਬਾਈਬਲ ਦਰਜ ਕਰਦੀ ਹੈ ਕਿ ਉਹ ਦਰਿੰਦਾ ਜਿਸ ਨੇ ਸ਼ੈਤਾਨ ਤੋਂ ਆਪਣੀ ਸ਼ਕਤੀ ਪ੍ਰਾਪਤ ਕੀਤੀ, ਸਾਰੇ ਲੋਕਾਂ ਨੂੰ ਇੱਕ ਮੋਹਰ ਦੇਵੇਗਾ ਜੋ ਇਹ ਸਾਬਿਤ ਕਰਦਾ ਹੈ ਕਿ ਉਹ ਉਸ ਦਾ ਪਾਲਨ ਕਰਦੇ ਹਨ ਅਤੇ ਉਸ ਦੀ ਆਰਾਧਨਾ ਕਰਦੇ ਹਨ। ਆਓ ਵਚਨ 16 ਉੱਤੇ ਜਾਈਏ। ਉਹ ਸਭਨਾਂ ਛੋਟਿਆਂ ਵੱਡਿਆਂ, ਧਨੀਆਂ ਗਰੀਬਾਂ, ਆਜ਼ਾਦਾਂ ਅਤੇ ਗੁਲਾਮਾਂ ਨੂੰ ਉਹਨਾਂ ਦੇ ਸੱਜੇ ਹੱਥ ਉੱਤੇ ਅਥਵਾ ਉਹਨਾਂ ਦੇ ਮੱਥੇ ਉੱਤੇ ਦਾਗ ਦਵਾ ਦਿੰਦਾ ਹੈ। ਉਸ ਨੇ ਸਾਰੇ ਲੋਕਾਂ ਨੂੰ ਉਹਨਾਂ ਦੇ ਹੱਥਾਂ ਜਾਂ ਉਹਨਾਂ ਦੇ ਮੱਥੇ ਉੱਤੇ ਪਸ਼ੂ ਦਾ ਦਾਗ ਹਾਸਿਲ ਕਰਨ ਲਈ ਮਜਬੂਰ ਕੀਤਾ ਅਤੇ ਕਿਸੇ ਨੂੰ ਲੈਣ ਦੇਣ ਨਹੀਂ ਕਰਨ ਦਿੰਦਾ, ਪਰ ਨਿਰਾ ਉਹਨੂੰ ਜਿਹਦੇ ਉੱਤੇ ਉਹ ਦਾਗ ਅਰਥਾਤ ਦਰਿੰਦੇ ਦੇ ਨਾਉ ਜਾਂ ਉਹਦੇ ਨਾਉ ਦਾ ਅੰਕ ਲੱਗਾ ਹੋਵੇ। ਇਸ ਪ੍ਰਕਾਰ ਉਸ ਦਰਿੰਦੇ ਦਾ ਨਾਮ ਲੋਕਾਂ ਦੇ ਸੱਜੇ ਹੱਥ ਅਤੇ ਉਹਨਾਂ ਦੇ ਮੱਥੇ ਉੱਤੇ ਲਿਖਿਆ ਗਿਆ। ਇਹ ਦਰਜ ਹੈ ਕਿ ਉਸ ਨੇ ਇਨ੍ਹਾਂ ਸਾਰੇ ਦਾਗਾਂ ਨੂੰ ਉਹਨਾਂ ਲੋਕਾਂ ਉੱਤੇ ਲਗਾਇਆ ਜੋ ਦਰਿੰਦੇ ਦੀ ਪੂਜਾ ਕਰਦੇ ਸੀ। ਆਓ ਮਤੀ ਅਧਿਆਇ 28 ਉੱਤੇ ਜਾਈਏ। ਅਧਿਆਇ 28 ਵਚਨ 18। ਅਤੇ ਯੀਸ਼ੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਔਰ ਉਹਨਾਂ ਨੂੰ ਸਿਖਾਓ ਭਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਵੇਖੋ ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। ਬਾਈਬਲ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਅਧਿਆਇ 13 ਵਿੱਚ ਦਰਜ ਕਰਦੀ ਹੈ ਕਿ ਦਰਿੰਦਾ ਆਪਣੇ ਸੇਵਕਾਂ ਦੇ ਹੱਥ ਅਤੇ ਮੱਥੇ ਉੱਤੇ ਆਪਣਾ ਦਾਗ ਲਗਾਏਗਾ। ਮਤੀ ਅਧਿਆਇ 28 ਵਿੱਚ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ਵਰ ਨੇ ਵੀ ਉਹਨਾਂ ਲੋਕਾਂ ਉੱਤੇ ਆਪਣਾ ਨਾਮ ਦਿੱਤਾ ਹੈ ਜੋ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਨ। ਪਰਮੇਸ਼ਵਰ ਨੇ ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਤੋਂ ਬਪਤਿਸਮਾ ਲੈਣ ਲਈ ਨਿਯੁਕਤ ਕੀਤਾ ਤਾਂ ਜੋ ਉਹ ਪਰਮੇਸ਼ਵਰ ਦਾ ਦਾਗ ਪ੍ਰਾਪਤ ਕਰ ਸਕਣ। ਪ੍ਰਕਾਸ਼ ਦੀ ਪੋਥੀ ਅਧਿਆਇ 13 ਵਚਨ 16 ਵਿੱਚ ਇਹ ਕਿਹਾ ਗਿਆ ਹੈ, ਉਹ ਆਪਣੇ ਸੱਜੇ ਹੱਥ ਅਤੇ ਮੱਥੇ ਉੱਤੇ ਦਰਿੰਦੇ ਦਾ ਦਾਗ ਹਾਸਿਲ ਕਰਨਗੇ। ਉਹਨਾਂ ਲੋਕਾਂ ਨਾਲ ਕੀ ਹੋਵੇਗਾ ਜੋ ਦਰਿੰਦੇ ਦਾ ਦਾਗ ਹਾਸਿਲ ਕਰਦੇ ਹਨ? ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 14 ਵਿੱਚ ਜਾ ਕੇ ਇਸ ਮਾਮਲੇ ਦੀ ਪੁਸ਼ਟੀ ਕਰੀਏ। ਪ੍ਰਕਾਸ਼ ਦੀ ਪੋਥੀ ਅਧਿਆਇ 14 ਵਚਨ 11 ਵਿੱਚ ਇਹ ਲਿਖਿਆ ਹੈ, ਅਤੇ ਉਹਨਾਂ ਦੇ ਕਸ਼ਟ ਦਾ ਧੂਆਂ ਜੁਗੋ ਜੁਗ ਉੱਠਦਾ ਰਹਿੰਦਾ ਹੈ। ਸੋ ਉਹ ਜਿਹੜੇ ਦਰਿੰਦੇ ਦੀ ਅਤੇ ਉਹਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਹ ਜਿਹੜੇ ਉਹਦੇ ਨਾਮ ਦਾ ਦਾਗ ਲਵਾਉਂਦੇ ਹਨ, ਰਾਤ ਦਿਨ ਕਦੇ ਚੈਨ ਨਹੀਂ ਪਾਉਂਦੇ। ਜੋ ਵੀ ਦਰਿੰਦੇ ਦੇ ਨਾਮ ਦੇ ਦਾਗ ਨੂੰ ਪਾਉਂਦੇ ਹਨ, ਰਾਤ ਦਿਨ ਕਦੇ ਚੈਨ ਨਹੀਂ ਪਾਉਂਦੇ। ਕਿ ਇਸ ਦਾ ਮਤਲਬ ਇਹ ਨਹੀਂ ਕਿ ਉਹ ਨਰਕ ਦਾ ਸਦੀਪਕ ਦੰਡ ਪਾਉਣਗੇ। ਫਿਰ ਵੀ ਅਜਿਹੇ ਕਈ ਹਾਲਾਤ ਹਨ ਜਿਨ੍ਹਾਂ ਵਿੱਚ ਪਰਮੇਸ਼ਵਰ ਆਪਣਾ ਦਾਗ ਦਿੰਦੇ ਹਨ। ਆਓ ਅਸੀਂ ਕੂਚ ਦੀ ਕਿਤਾਬ ਅਧਿਆਇ 12 ਉੱਤੇ ਜਾਈਏ। ਆਓ ਦੇਖੀਏ ਕਿ ਪਰਮੇਸ਼ਵਰ ਕਿਵੇਂ ਆਪਣੇ ਲੋਕਾਂ ਨੂੰ ਪਰਮੇਸ਼ਵਰ ਦੇ ਦਾਗ ਦਿੰਦੇ ਹਨ ਅਤੇ ਕਿਵੇਂ ਪਸ਼ੂ ਦਾ ਦਾਗ ਮਨੁੱਖ ਜਾਤੀ ਨੂੰ ਦਿੱਤਾ ਜਾਵੇਗਾ। ਕੂਚ ਦੇ ਸਮੇਂ ਪਰਮੇਸ਼ਵਰ ਦੇ ਲੋਕਾਂ ਨੇ ਪਰਮੇਸ਼ਵਰ ਦੇ ਕੀਮਤੀ ਦਾਗ ਨੂੰ ਪ੍ਰਾਪਤ ਕੀਤਾ। ਆਓ ਕੂਚ ਅਧਿਆਇ 12 ਉੱਤੇ ਜਾਈਏ। ਅਧਿਆਇ 12 ਵਚਨ 11। ਅਤੇ ਤੁਸਾਂ ਉਸ ਨੂੰ ਇਉਂ ਖਾਣਾ, ਆਪਣੇ ਲੱਕ ਬੰਨ੍ਹ ਕੇ ਅਤੇ ਆਪਣੀ ਜੁੱਤੀ ਪੈਰੀਂ ਪਾ ਕੇ ਅਤੇ ਆਪਣੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਛੇਤੀ ਛੇਤੀ ਖਾਣਾ, ਕਿਉਂਕਿ ਇਹ ਯਹੋਵਾ ਦਾ ਪਸਾਹ ਹੈ। ਮੈਂ ਉਸ ਰਾਤ ਮਿਸਰ ਦੇਸ਼ ਦੇ ਵਿੱਚ ਦੀ ਲੰਘਾਂਗਾ ਔਰ ਮਿਸਰ ਦੇਸ਼ ਦੇ ਪਲੋਠੇ ਭਾਵੇਂ ਮਨੁੱਖ ਦਾ ਭਾਵੇਂ ਡੰਗਰ ਦਾ ਮਾਰ ਸੁੱਟਾਂਗਾ ਔਰ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਂ ਕਰਾਂਗਾ। ਮੈਂ ਯਹੋਵਾ ਹਾਂ। ਔਰ ਉਹ ਲਹੂ ਤੁਹਾਡੇ ਲਈ ਘਰਾਂ ਉੱਤੇ, ਉਹ ਲਹੂ ਕੀ ਹੋਵੇਗਾ? ਜਿੱਥੇ ਤੁਸੀਂ ਹੋਵੋਗੇ ਨਿਸ਼ਾਨ ਹੋਵੇਗਾ। ਦੂਸਰੇ ਸ਼ਬਦਾਂ ਵਿੱਚ ਉਹ ਪਰਮੇਸ਼ਵਰ ਦੇ ਦਾਗ ਵਾਂਗ ਕੰਮ ਕਰੇਗਾ। ਆਓ ਦੇਖੀਏ ਕਿ ਦਾਗ ਕੀ ਹੈ। ਅਤੇ ਜਦ ਮੈਂ ਲਹੂ ਨੂੰ ਵੇਖਾਂਗਾ, ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ ਔਰ ਤੁਹਾਡੇ ਉੱਤੇ ਕੋਈ ਬਵਾ ਜਦ ਮੈਂ ਮਿਸਰ ਦੇਸ਼ ਨੂੰ ਮਾਰਾਂਗਾ ਨਾ ਪਵੇਗੀ ਜਿਹੜੀ ਤੁਹਾਡਾ ਨਾਸ਼ ਕਰੇ। ਪਰਮੇਸ਼ਵਰ ਨੇ ਉਹਨਾਂ ਲੋਕਾਂ ਬਾਰੇ ਕੀ ਕਿਹਾ ਜਿਨ੍ਹਾਂ ਨੇ ਪਸਾਹ ਦੇ ਲੇਲੇ ਦੇ ਲਹੂ ਨੂੰ ਦਰਵਾਜ਼ੇ ਦੇ ਦੋਹੀਂ ਬਾਹੀਂ ਅਤੇ ਸ਼ੇਰੂ ਉੱਤੇ ਲਗਾਇਆ?
ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਪਸਾ ਦੇ ਲੇਲੇ ਨੂੰ ਦਰਵਾਜ਼ੇ ਦੇ ਦੋਹੀਂ ਬਾਹੀਂ ਅਤੇ ਸ਼ੇਰੂ ਉੱਤੇ ਲਗਾਉਣ ਦਾ ਹੁਕਮ ਦਿੱਤਾ। ਇਸ ਦੇ ਦੁਆਰਾ ਕੀ ਉਹਨਾਂ ਨੇ ਨਸ਼ਟ ਕਰਨ ਵਾਲੇ ਸਵਰਗਦੂਤ ਨੂੰ ਇਹ ਜਾਣਨ ਨਹੀਂ ਦਿੱਤਾ ਕਿ ਪਰਮੇਸ਼ਵਰ ਦਾ ਆਦਰ ਅਤੇ ਉਹਨਾਂ ਉੱਤੇ ਵਿਸ਼ਵਾਸ ਕਰਨ ਵਾਲੇ ਪਰਮੇਸ਼ਵਰ ਦੇ ਲੋਕ ਕਿੱਥੇ ਰਹਿੰਦੇ ਹਨ? ਉਹ ਨਿਸ਼ਾਨ ਹੋਵੇਗਾ ਅਤੇ ਜਦ ਮੈਂ ਲਹੂ ਨੂੰ ਵੇਖਾਂਗਾ ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ ਔਰ ਤੁਹਾਡੇ ਉੱਤੇ ਕੋਈ ਬਵਾ ਜਦ ਮੈਂ ਮਿਸਰ ਦੇਸ਼ ਨੂੰ ਮਾਰਾਂਗਾ ਨਾ ਪਵੇਗੀ ਜਿਹੜੀ ਤੁਹਾਡਾ ਨਾਸ਼ ਕਰੇ। ਫਿਰ ਉਹਨਾਂ ਲੋਕਾਂ ਬਾਰੇ ਕੀ ਜਿਨ੍ਹਾਂ ਕੋਲ ਇਹ ਨਿਸ਼ਾਨ ਨਹੀਂ ਸੀ? ਇਹ ਕਹਿੰਦਾ ਹੈ ਕਿ ਮਿਸਰ ਦੇ ਘਰਾਣੇ ਵਿੱਚ ਕੀ ਮਨੁੱਖ ਕੀ ਡੰਗਰ ਇੱਕ ਨੂੰ ਵੀ ਛੱਡੇ ਬਿਨਾਂ ਸਾਰਿਆਂ ਦੇ ਪਹਿਲੋਠਿਆਂ ਨੂੰ ਨਾਸ਼ ਕੀਤਾ ਗਿਆ। ਇਸ ਘਟਨਾ ਦੁਆਰਾ ਜੋ 3500 ਸਾਲ ਪਹਿਲਾਂ ਕੂਚ ਦੀ ਕਿਤਾਬ ਅਧਿਆਇ 12 ਵਿੱਚ ਵਾਪਰੀ, ਅਸੀਂ ਪਸਾਹ ਦੀ ਸ਼ਕਤੀ ਨੂੰ ਦੇਖ ਸਕਦੇ ਹਾਂ ਜਦੋਂ ਪਰਮੇਸ਼ਵਰ ਨੇ ਆਪਣੇ ਲੋਕਾਂ ਦੀ ਪੂਰੀ ਤਰ੍ਹਾਂ ਰੱਖਿਆ ਕੀਤੀ। ਕੀ ਪਰਮੇਸ਼ਵਰ ਨੇ ਇਹ ਦਰਸਾਉਣ ਲਈ ਕਿ ਪਰਮੇਸ਼ਵਰ ਦੇ ਲੋਕ ਕਿੱਥੇ ਰਹਿੰਦੇ ਹਨ, ਇਸ ਨੇਮ ਨੂੰ ਆਪਣੇ ਲੋਕਾਂ ਨੂੰ ਇੱਕ ਨਿਸ਼ਾਨ ਦੇ ਰੂਪ ਵਿੱਚ ਨਹੀਂ ਦਿੱਤਾ? ਪਰਮੇਸ਼ਵਰ ਨੇ ਕਿਹਾ ਉਹਨਾਂ ਘਰਾਂ ਨੂੰ ਨਸ਼ਟ ਨਾ ਕਰਨਾ ਜਿਨ੍ਹਾਂ ਦੇ ਦਰਵਾਜ਼ੇ ਦੇ ਦੋਹੀਂ ਬਾਹੀਂ ਅਤੇ ਸ਼ੇਰੂ ਉੱਤੇ ਲਹੂ ਹੈ, ਪਰ ਉਹਨਾਂ ਸਾਰਿਆਂ ਘਰਾਂ ਨੂੰ ਨਸ਼ਟ ਕਰ ਦਿਓ ਜਿਨ੍ਹਾਂ ਉੱਤੇ ਪਸਾਹ ਦੇ ਲੇਲੇ ਦਾ ਲਹੂ ਨਹੀਂ ਹੈ। ਇੱਕ ਨਿਸ਼ਾਨ ਦਾ ਇੰਨਾ ਮਹੱਤਵਪੂਰਨ ਮਤਲਬ ਹੈ। ਪਰਮੇਸ਼ਵਰ ਆਪਣੇ ਨਿਸ਼ਾਨ ਦੀ ਵਰਤੋਂ ਕਰਦੇ ਹਨ, ਪਰ ਸ਼ੈਤਾਨ ਵੀ ਆਪਣੇ ਨਿਸ਼ਾਨ ਦੀ ਵਰਤੋਂ ਕਰਦਾ ਹੈ। ਉਹ ਜਿਨ੍ਹਾਂ ਕੋਲ ਸ਼ੈਤਾਨ ਦਾ ਦਾਗ ਹੈ, ਫਿਰ ਭਾਵੇਂ ਉਹ ਕਿੰਨੇ ਲੋਕਾਂ ਕੋਲ ਵੀ ਕਿਉਂ ਨਾ ਹੋਵੇ, ਗੰਧਕ ਨਾਲ ਸੜਦੇ ਨਰਕ ਵਿੱਚ ਤੜਫਣਗੇ ਅਤੇ ਉਹਨਾਂ ਨੂੰ ਦਿਨ ਰਾਤ ਸ਼ਾਂਤੀ ਨਹੀਂ ਮਿਲੇਗੀ। ਪਰ ਪਰਮੇਸ਼ਵਰ ਨੇ ਉਹਨਾਂ ਨੂੰ ਜਿਨ੍ਹਾਂ ਕੋਲ ਪਰਮੇਸ਼ਵਰ ਦਾ ਦਾਗ ਹੈ ਮੁਕਤੀ ਦੇਣ ਅਤੇ ਸਾਰੀਆਂ ਵਿਪਤਾਵਾਂ ਤੋਂ ਉਹਨਾਂ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਹੈ। ਹੁਣ ਆਓ ਅਸੀਂ ਕੂਚ ਅਧਿਆਇ 13 ਉੱਤੇ ਜਾਈਏ। ਜਦੋਂ ਅਸੀਂ ਅਧਿਆਇ 13 ਵਚਨ 8 ਪੜ੍ਹਦੇ ਹਾਂ ਤਦ ਇਹ ਲਿਖਿਆ ਹੈ, ਤੁਸੀਂ ਉਸ ਦਿਨ ਆਪਣੇ ਪੁੱਤਰਾਂ ਨੂੰ ਇਹ ਦੱਸੋ, ਭਈ ਕਾਰਨ ਇਹ ਹੈ ਕਿ ਯਹੋਵਾ ਨੇ ਸਾਨੂੰ ਮਿਸਰ ਤੋਂ ਕੱਢਿਆ। ਇਹ ਤੁਹਾਡੇ ਹੱਥਾਂ ਉੱਤੇ ਨਿਸ਼ਾਨ ਅਤੇ ਤੁਹਾਡੇ ਨੇਤਰਾਂ ਦੇ ਵਿੱਚ ਯਾਦਗਿਰੀ ਲਈ ਹੋਵੇਗਾ। ਤਾਂ ਇੱਥੇ ਪਰਮੇਸ਼ਵਰ ਨੇ ਉਹਨਾਂ ਨੂੰ ਕੀ ਕਰਨ ਦਾ ਹੁਕਮ ਦਿੱਤਾ? ਪਰਮੇਸ਼ਵਰ ਨੇ ਕਿਹਾ ਕਿ ਇਹ ਉਹਨਾਂ ਲਈ ਇੱਕ ਨਿਸ਼ਾਨ ਹੋਵੇਗਾ ਜੋ ਯਹੋਵਾ ਦੀ ਵਿਵਸਥਾ ਤੁਹਾਡੇ ਮੂੰਹ ਵਿੱਚ ਰਹੇ, ਕਿਉਂਕਿ ਯਹੋਵਾ ਨੇ ਤਕੜੇ ਹੱਥ ਨਾਲ ਤੁਹਾਨੂੰ ਮਿਸਰੋਂ ਕੱਢਿਆ। ਤੁਸੀਂ ਇਸ ਵਿਧੀ ਨੂੰ ਠਹਿਰਾਏ ਹੋਏ ਸਮੇਂ ਉੱਤੇ ਬਰੇ ਦੇ ਬਰੇ ਮਨਾਇਆ ਕਰੋ। ਇਸ ਲਈ ਪਰਮੇਸ਼ਵਰ ਨੇ ਪਸਾਹ ਨੂੰ ਪਰਮੇਸ਼ਵਰ ਅਤੇ ਉਹਨਾਂ ਦੇ ਲੋਕਾਂ ਵਿਚਕਾਰ ਨੇਮ ਦੇ ਨਿਸ਼ਾਨ ਦੇ ਰੂਪ ਵਿੱਚ ਦਿੱਤਾ, ਜਿਸ ਦੁਆਰਾ ਉਹਨਾਂ ਨੇ ਵਿਪਤਾਵਾਂ ਤੋਂ ਬਚਣ ਦਾ ਵਾਅਦਾ ਕੀਤਾ। ਨੇਮ ਦਾ ਨਿਸ਼ਾਨ ਪਸਾਹ ਸਾਡੇ ਉੱਤੇ ਕਿੱਥੇ ਲਗਾਇਆ ਜਾਣਾ ਚਾਹੀਦਾ ਹੈ? ਪ੍ਰਕਾਸ਼ ਦੀ ਪੋਥੀ ਅਧਿਆਇ 7 ਵਿੱਚ ਵਿਪਤਾਵਾਂ ਤੋਂ ਬਚਾਉਣ ਦਾ ਇੱਕ ਨਿਸ਼ਾਨ ਹੈ ਜੋ ਸਾਡੇ ਮੱਥਿਆਂ ਉੱਤੇ ਲਗਾਇਆ ਗਿਆ ਹੈ। ਅਧਿਆਇ 7 ਵਚਨ 1, ਇਹਦੇ ਮਗਰੋਂ ਮੈਂ ਧਰਤੀ ਦੀਆਂ ਚੌਹਾਂ ਕੂਟਾਂ ਉੱਤੇ 4 ਦੂਤ ਖਲੋਤੇ ਹੋਏ ਵੇਖੇ, ਜਿਨ੍ਹਾਂ ਧਰਤੀ ਦੀਆਂ ਚੌਹਾਂ ਪੌਣਾਂ ਨੂੰ ਫੜਿਆ ਹੋਇਆ ਸੀ, ਤਾਂ ਜੋ ਪੌਣ ਧਰਤੀ ਉੱਤੇ ਜਾਂ ਸਮੁੰਦਰ ਉੱਤੇ ਜਾਂ ਕਿਸੇ ਰੁੱਖ ਉੱਤੇ ਨਾ ਵਗੇ। ਅਤੇ ਮੈਂ ਇੱਕ ਹੋਰ ਦੂਤ ਨੂੰ ਜਿਹਦੇ ਕੋਲ ਅਕਾਲ ਪੁਰਖ ਦੀ ਮੋਹਰ ਸੀ ਚੜ੍ਹਦੇ ਪਾਸੇ ਉੱਠਦਾ ਵੇਖਿਆ, ਅਤੇ ਉਸਨੇ ਉਹਨਾਂ ਚੌਹਾਂ ਦੂਤਾਂ ਨੂੰ ਜਿਨ੍ਹਾਂ ਨੂੰ ਇਹ ਦਿੱਤਾ ਗਿਆ ਸੀ ਭਈ ਧਰਤੀ ਅਤੇ ਸਮੁੰਦਰ ਦਾ ਵਿਗਾੜ ਕਰਨ, ਵੱਡੀ ਆਵਾਜ਼ ਨਾਲ ਪੁਕਾਰ ਕੇ ਆਖਿਆ, ਜਿੰਨਾ ਚਿਰ ਅਸੀਂ ਆਪਣੇ ਪਰਮੇਸ਼ਵਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾਈਏ, ਤੁਸੀਂ ਧਰਤੀ ਜਾਂ ਸਮੁੰਦਰ ਜਾਂ ਰੁੱਖਾਂ ਦਾ ਵਿਗਾੜ ਨਾ ਕਰੋ। ਇੱਥੇ ਵਿਗਾੜ ਨਾ ਕਰਨਾ ਦਾ ਮਤਲਬ ਹੈ ਕਿ ਵਿਪਤਾਵਾਂ ਉਹਨਾਂ ਉੱਤੇ ਨਹੀਂ ਆਉਣਗੀਆਂ। ਪਰਮੇਸ਼ਵਰ ਨੇ ਕਿਸ ਦੁਆਰਾ ਹੁਕਮ ਦਿੱਤਾ ਕਿ ਉਹਨਾਂ ਦੇ ਲੋਕਾਂ ਉੱਤੇ ਵਿਪਤਾ ਨਹੀਂ ਆਵੇਗੀ? ਪਰਮੇਸ਼ਵਰ ਆਪਣੇ ਲੋਕਾਂ ਦੇ ਮੱਥਿਆਂ ਉੱਤੇ ਦਾਗ ਲਗਾਉਂਦੇ ਹਨ। ਕੀ ਮੋਹਰ ਦੀ ਤੁਲਨਾ ਦਾਗ ਨਾਲ ਨਹੀਂ ਕੀਤੀ ਜਾ ਸਕਦੀ? ਪਰਮੇਸ਼ਵਰ ਨੇ ਆਪਣੇ ਲੋਕਾਂ ਉੱਤੇ ਆਪਣਾ ਦਾਗ ਲਗਾਇਆ ਹੈ। ਇਹ ਕਿਸ ਦਾ ਦਾਗ ਹੈ? ਇਹ ਪਰਮੇਸ਼ਵਰ ਦਾ ਦਾਗ ਹੈ। ਦੂਸਰੇ ਸ਼ਬਦਾਂ ਵਿੱਚ ਇਹ ਪਰਮੇਸ਼ਵਰ ਦੀ ਮੋਹਰ ਹੈ। ਇਹ ਮੋਹਰ ਕਿਸੇ ਵਿਅਕਤੀ ਜਾਂ ਇੱਕ ਕੰਪਨੀ ਦੇ ਪ੍ਰਧਾਨ ਵੱਲੋਂ ਨਹੀਂ ਆਈ। ਪਰਮੇਸ਼ਵਰ ਦੀ ਇਹ ਮੋਹਰ ਪੂਰਬ ਤੋਂ ਆਈ ਹੈ, ਜਿੱਥੋਂ ਸੂਰਜ ਚੜ੍ਹਦਾ ਹੈ, ਅਤੇ ਇਸ ਨੂੰ ਪਰਮੇਸ਼ਵਰ ਦੇ ਲੋਕਾਂ, ਪਰਮੇਸ਼ਵਰ ਦੇ ਦਾਸਾਂ ਦੇ ਮੱਥੇ ਉੱਤੇ ਲਗਾਇਆ ਜਾਂਦਾ ਹੈ। ਜਿਸ ਤਰ੍ਹਾਂ ਪਰਮੇਸ਼ਵਰ ਹੁਣ ਆਪਣੇ ਲੋਕਾਂ ਉੱਤੇ ਬਹੁਤ ਯਤਨ ਨਾਲ ਮੋਹਰ ਲਗਾ ਰਹੇ ਹਨ, ਉਸੇ ਤਰ੍ਹਾਂ ਸ਼ੈਤਾਨ ਵੀ ਪੂਰੀ ਮਨੁੱਖ ਜਾਤੀ ਉੱਤੇ ਯਤਨਪੂਰਵਕ ਦਰਿੰਦੇ ਦਾ ਦਾਗ ਲਗਾ ਰਿਹਾ ਹੈ। ਸਾਨੂੰ ਦਰਿੰਦੇ ਦਾ ਦਾਗ ਨਹੀਂ ਬਲਕਿ ਪਰਮੇਸ਼ਵਰ ਦਾ ਦਾਗ ਮਿਲਿਆ ਹੈ। ਸਾਰੇ ਲੋਕੋ, ਇਹ ਆਪਣੇ ਆਪ ਵਿੱਚ ਇੱਕ ਅਦਭੁਤ ਅਤੇ ਖੁਸ਼ੀ ਵਾਲੀ ਆਸ਼ੀਸ਼ ਹੈ। ਹੁਣ ਸ਼ੈਤਾਨ ਸਾਰੀ ਮਨੁੱਖ ਜਾਤੀ ਉੱਤੇ ਆਪਣਾ ਦਾਗ ਲਗਾਉਣ ਲਈ ਸਖਤ ਮਿਹਨਤ ਕਰ ਰਿਹਾ ਹੈ। ਉਹ ਕ੍ਰਿਸਮਸ ਅਤੇ ਐਤਵਾਰ ਦੀ ਆਰਾਧਨਾ ਦੁਆਰਾ ਮਨੁੱਖ ਜਾਤੀ ਉੱਤੇ ਆਪਣਾ ਦਾਗ ਲਗਾ ਰਿਹਾ ਹੈ। ਇਹ ਕਿਹਾ ਗਿਆ ਹੈ ਕਿ ਇਸ ਯੁੱਗ ਵਿੱਚ ਪਰਮੇਸ਼ਵਰ ਉਹਨਾਂ ਲੋਕਾਂ ਨੂੰ ਸਵੀਕਾਰ ਕਰਨ ਲਈ ਜੋ ਪਸਾਹ ਅਤੇ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਨ ਕਰਨ ਦੁਆਰਾ ਉਹਨਾਂ ਦੇ ਲੋਕ ਬਣੇ ਹਨ, ਆਪਣੇ ਪਵਿੱਤਰ ਨਾਮ ਨਾਲ ਆਪਣੀ ਮੋਹਰ ਲਗਾਉਂਦੇ ਹਨ।
ਅਕਾਲ ਪੁਰਖ ਦੀ ਮੋਹਰ ਸੀ, ਚੜ੍ਹਦੇ ਪਾਸਿਓਂ ਉੱਠਦਾ ਵੇਖਿਆ ਅਤੇ ਉਸ ਨੇ ਉਹਨਾਂ ਚੌਹਾਂ ਦੂਤਾਂ ਨੂੰ, ਜਿਨ੍ਹਾਂ ਨੂੰ ਇਹ ਦਿੱਤਾ ਗਿਆ ਸੀ, ਭਾਈ ਧਰਤੀ ਅਤੇ ਸਮੁੰਦਰ ਦਾ ਵਿਗਾੜ ਕਰਨ, ਵੱਡੀ ਆਵਾਜ਼ ਨਾਲ ਪੁਕਾਰ ਕੇ ਆਖਿਆ, ਜਿੰਨਾ ਚਿਰ ਅਸੀਂ ਆਪਣੇ ਪਰਮੇਸ਼ਵਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾਈਏ, ਤੁਸੀਂ ਧਰਤੀ ਜਾਂ ਸਮੁੰਦਰ ਜਾਂ ਰੁੱਖਾਂ ਦਾ ਵਿਗਾੜ ਨਾ ਕਰੋ। ਇਹਨਾਂ ਲੋਕਾਂ ਦਾ ਕਦੇ ਵਿਗਾੜ ਨਾ ਕਰਨਾ। ਇਸ ਮੋਹਰ ਨੂੰ ਪ੍ਰਾਪਤ ਕਰਨ ਤੋਂ ਬਾਅਦ ਹਵਾ ਨੂੰ ਛੱਡ ਦਿੱਤੇ ਜਾਣ ਤੇ ਵੀ ਪਰਮੇਸ਼ਵਰ ਦੇ ਲੋਕਾਂ ਦੀ ਰੱਖਿਆ ਕੀਤੀ ਜਾ ਸਕਦੀ ਹੈ। ਇੱਥੇ ਇਹ ਕਹਿੰਦਾ ਹੈ, ਉਹਨਾਂ ਦੇ ਮੱਥਿਆਂ ਉੱਤੇ ਮੋਹਰ ਲਗਾ ਦਿਓ। ਪੁਰਾਣੇ ਨੇਮ ਵਿੱਚ ਹਿਜਕੀਲ ਅਧਿਆਇ 9 ਵੀ ਉਹਨਾਂ ਦੇ ਮੱਥਿਆਂ ਉੱਤੇ ਮੋਹਰ ਲਗਾਉਣ ਦਾ ਜ਼ਿਕਰ ਕਰਦਾ ਹੈ। ਅਧਿਆਇ 9 ਵਚਨ 3। ਅਤੇ ਇਜ਼ਰਾਈਲ ਦੇ ਪਰਮੇਸ਼ਵਰ ਦਾ ਤੇਜ ਕਰੂਬੀ ਦੇ ਉੱਤੋਂ, ਜਿਸ ਉੱਪਰ ਉਹ ਸੀ, ਉੱਠ ਕੇ ਘਰ ਦੀ ਸਰਦਲ ਤੇ ਗਿਆ ਅਤੇ ਉਹਨੇ ਉਸ ਮਰਦ ਨੂੰ, ਜਿਹਨੇ ਕਤਾਨੀ ਕੱਪੜੇ ਪਾਏ ਹੋਏ ਸਨ ਅਤੇ ਜਿਸ ਦੇ ਕੋਲ ਲਿਖਣ ਵਾਲੀ ਦਵਾਤ ਸੀ, ਪੁਕਾਰਿਆ। ਅਤੇ ਯਹੋਵਾ ਨੇ ਉਹਨੂੰ ਕਿਹਾ, ਸ਼ਹਿਰ ਦੇ ਵਿਚਾਲਿਓਂ, ਹਾਂ ਯਰੂਸ਼ਲਮ ਦੇ ਵਿਚਾਲਿਓਂ ਲੰਘ ਅਤੇ ਉਹਨਾਂ ਲੋਕਾਂ ਦੇ ਮੱਥੇ ਉੱਤੇ ਜੋ ਉਹਨਾਂ ਸਾਰੇ ਘਿਨਾਉਣਾ ਕੰਮਾਂ ਦੇ ਕਾਰਨ ਜੋ ਉਸ ਵਿੱਚ ਕੀਤੇ ਜਾਂਦੇ ਹਨ, ਆਹਾਂ ਭਰਦੇ ਅਤੇ ਰੋਂਦੇ ਹਨ, ਨਿਸ਼ਾਨ ਲਗਾ ਦੇ। ਇਹਨਾਂ ਲੋਕਾਂ ਨੇ ਘਿਨਾਉਣੇ ਕੰਮਾਂ ਦੇ ਕਾਰਨ ਸੋਗ ਕੀਤਾ ਅਤੇ ਸੋਚਿਆ ਕਿ ਅਜਿਹਾ ਕਰਨਾ ਅਸਲ ਵਿੱਚ ਠੀਕ ਹੈ। ਪਰਮੇਸ਼ਵਰ ਨੇ ਇਹਨਾਂ ਲੋਕਾਂ ਦੇ ਮੱਥਿਆਂ ਉੱਤੇ ਇੱਕ ਨਿਸ਼ਾਨ ਲਗਾਉਣ ਦਾ ਹੁਕਮ ਦਿੱਤਾ। ਪਰਮੇਸ਼ਵਰ ਨੇ ਉਹਨਾਂ ਦੇ ਮੱਥਿਆਂ ਉੱਤੇ ਇੱਕ ਦਾਗ ਲਗਾਉਣ ਦਾ ਹੁਕਮ ਦਿੱਤਾ, ਜਿਵੇਂ ਕਿ ਪ੍ਰਕਾਸ਼ ਦੀ ਪੋਥੀ ਅਧਿਆਇ 7 ਵਿੱਚ ਦਰਜ ਹੈ। ਆਓ ਅਸੀਂ ਵਚਨ 5 ਦੇਖੀਏ। ਅਤੇ ਉਹਨੇ ਮੇਰੇ ਸੁਣਦਿਆਂ ਦੂਜਿਆਂ ਨੂੰ ਆਖਿਆ, ਉਹਦੇ ਪਿੱਛੇ ਪਿੱਛੇ ਸ਼ਹਿਰ ਵਿੱਚ ਲੰਘੋ ਅਤੇ ਮਾਰਦੇ ਜਾਓ। ਤੁਹਾਡੀਆਂ ਅੱਖਾਂ ਲਿਹਾਜ਼ ਨਾ ਕਰਨ, ਨਾ ਤੁਸੀਂ ਤਰਸ ਕਰੋ। ਤੁਸੀਂ ਬੁੱਢਿਆਂ, ਗੱਭਰੂਆਂ, ਕੁਆਰੀਆਂ, ਨਿੱਕੇ ਬੱਚਿਆਂ ਤੇ ਤੀਵੀਆਂ ਨੂੰ ਉੱਕਾ ਮਾਰ ਸੁੱਟੋ, ਪਰ ਜਿਨ੍ਹਾਂ ਉੱਤੇ ਨਿਸ਼ਾਨ ਹੈ, ਉਹਨਾਂ ਵਿੱਚੋਂ ਕਿਸੇ ਦੇ ਨੇੜੇ ਨਾ ਜਾਓ। ਜਿਨ੍ਹਾਂ ਦੇ ਮੱਥਿਆਂ ਉੱਤੇ ਨਿਸ਼ਾਨ ਨਹੀਂ ਹੈ, ਉਹਨਾਂ ਲਈ ਪਰਮੇਸ਼ਵਰ ਦੇ ਹੁਕਮ ਦਿੱਤਾ ਕਿ ਕੋਈ ਵੀ ਬਿਪਤਾ ਉਹਨਾਂ ਦੇ ਨੇੜੇ ਨਹੀਂ ਆਉਣੀ ਚਾਹੀਦੀ, ਕਿਉਂਕਿ ਉਹਨਾਂ ਦੀ ਰੱਖਿਆ ਕੀਤੀ ਜਾਏਗੀ। ਪਰਮੇਸ਼ਵਰ ਆਪਣੇ ਲੋਕਾਂ ਉੱਤੇ ਕਈ ਵੱਖ-ਵੱਖ ਤਰੀਕਿਆਂ ਨਾਲ ਦਾਗ ਲਗਾਉਂਦੇ ਹਨ। ਪਰਮੇਸ਼ਵਰ ਆਪਣੇ ਹੁਕਮਾਂ ਨਾਲ ਅਤੇ ਆਪਣੇ ਨਾਮ ਨਾਲ ਵੀ ਦਾਗ ਲਗਾਉਂਦੇ ਹਨ। ਉਹ ਵੱਖ-ਵੱਖ ਤਰੀਕਿਆਂ ਨਾਲ ਆਪਣੇ ਲੋਕਾਂ ਉੱਤੇ ਪਰਮੇਸ਼ਵਰ ਦਾ ਦਾਗ ਲਗਾਉਂਦੇ ਹਨ। ਪ੍ਰਕਾਸ਼ ਦੀ ਪੋਥੀ ਅਧਿਆਇ 13 ਅਨੁਸਾਰ ਦਰਿੰਦਾ ਵੀ ਆਪਣੇ ਹੁਕਮਾਂ ਦੁਆਰਾ ਅਤੇ ਆਪਣੇ ਨਾਮ ਨਾਲ ਮਨੁੱਖ ਜਾਤੀ ਉੱਤੇ ਆਪਣਾ ਦਾਗ ਲਗਾਉਂਦਾ ਹੈ। ਦਰਿੰਦਾ ਆਪਣੇ ਲੋਕਾਂ ਉੱਤੇ ਆਪਣਾ ਦਾਗ ਲਗਾਉਣ ਲਈ ਵੱਖ-ਵੱਖ ਯੋਜਨਾਵਾਂ ਦੀ ਵਰਤੋਂ ਕਰ ਰਿਹਾ ਹੈ। ਸਬਤ ਅਤੇ ਉਹਨਾਂ ਪਰਬਾਂ ਬਾਰੇ ਜਿਨ੍ਹਾਂ ਨੂੰ ਅੱਜ ਅਸੀਂ ਮਨਾ ਰਹੇ ਹਾਂ, ਹੋਰ ਲੋਕ ਸੋਚ ਸਕਦੇ ਹਨ ਕਿ ਸਾਰੀਆਂ ਆਰਾਧਨਾਵਾਂ ਇੱਕੋ ਜਿਹੀਆਂ ਨਹੀਂ ਹਨ। ਉਹ ਇਸ ਨੂੰ ਹਲਕੇ ਵਿੱਚ ਲੈ ਸਕਦੇ ਹਨ, ਪਰ ਪਰਮੇਸ਼ਵਰ ਨੇ ਕਿਹਾ ਕਿ ਅੱਜ ਵੀ ਇਸ ਪਲ ਉਹ ਸਿਯੋਨ ਵਿੱਚ ਉਹਨਾਂ ਲੋਕਾਂ ਨੂੰ ਆਪਣੀ ਸੰਤਾਨ ਦੇ ਰੂਪ ਵਿੱਚ ਨਿਯੁਕਤ ਕਰਨਗੇ, ਕਿਉਂਕਿ ਉਹ ਪਰਬ ਅਤੇ ਸਬਤ ਮਨਾਉਂਦੇ ਹਨ। ਕਿ ਇਸ ਲਈ ਹਿਜਕੀਲ ਦੀ ਕਿਤਾਬ ਅਧਿਆਇ 20 ਵਿੱਚ ਇਹ ਵਿਆਖਿਆ ਨਹੀਂ ਕੀਤੀ ਗਈ ਕਿ ਸਬਤ ਵੀ ਪਰਮੇਸ਼ਵਰ ਦਾ ਇੱਕ ਨਿਸ਼ਾਨ ਹੈ। ਅਧਿਆਇ 20 ਵਚਨ 12। ਨਾਲੇ ਮੈਂ ਆਪਣੇ ਸਬਤ ਵੀ ਉਹਨਾਂ ਨੂੰ ਦਿੱਤੇ, ਤਾਂ ਜੋ ਉਹ ਮੇਰੇ ਅਤੇ ਉਹਨਾਂ ਦੇ ਵਿਚਾਲੇ ਕੀ ਹੋਣ, ਨਿਸ਼ਾਨ ਹੋਣ, ਤਾਂ ਜੋ ਉਹ ਜਾਣਨ ਕਿ ਮੈਂ ਯਹੋਵਾ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਹਾਂ। ਇਹ ਕਹਿੰਦਾ ਹੈ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਇਹ ਦਿਖਾਉਣ ਲਈ ਸਬਤ ਦਾ ਨਿਯਮ ਦਿੱਤਾ ਕਿ ਉਹ ਪਰਮੇਸ਼ਵਰ ਦੇ ਲੋਕ ਹਨ ਅਤੇ ਪਰਮੇਸ਼ਵਰ ਉਹਨਾਂ ਦੇ ਪਰਮੇਸ਼ਵਰ ਹੋਣਗੇ। ਆਓ ਅਸੀਂ ਉਹਨਾਂ ਲੋਕਾਂ ਵਿਚਕਾਰ ਫਰਕ ਦੇਖੀਏ ਜਿਨ੍ਹਾਂ ਨੇ ਦਰਿੰਦੇ ਦਾ ਦਾਗ ਹਾਸਿਲ ਕੀਤਾ ਹੈ ਅਤੇ ਜਿਨ੍ਹਾਂ ਨੇ ਪਰਮੇਸ਼ਵਰ ਦਾ ਦਾਗ ਹਾਸਿਲ ਕੀਤਾ ਹੈ। ਪਰਬ, ਸਬਤ, ਪਰਮੇਸ਼ਵਰ ਦੇ ਸਾਰੇ ਹੁਕਮ, ਪਵਿੱਤਰ ਆਤਮਾ ਦੇ ਯੁੱਗ ਵਿੱਚ ਪਰਮੇਸ਼ਵਰ ਦੇ ਨਵੇਂ ਨਾਮ ਅਤੇ ਨਵੀਂ ਯਰੂਸ਼ਲਮ ਦੇ ਨਾਮ ਦਾ ਕੀ ਮਤਲਬ ਹੈ? ਪਰਮੇਸ਼ਵਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਕੋਲ ਪਰਮੇਸ਼ਵਰ ਦੀ ਮੋਹਰ ਹੈ, ਉਹਨਾਂ ਲੋਕਾਂ ਤੋਂ ਵੱਖ ਕਰਦੇ ਹਨ ਜਿਨ੍ਹਾਂ ਕੋਲ ਪਰਮੇਸ਼ਵਰ ਦੀ ਮੋਹਰ ਨਹੀਂ ਹੈ। ਇਹ ਇਸ ਨਾਲ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਉਹਨਾਂ ਨੇ ਮਿਸਰ ਵਿੱਚ ਉਹਨਾਂ ਘਰਾਂ ਨੂੰ ਜਿਨ੍ਹਾਂ ਕੋਲ ਪਸਾ ਦੇ ਲੇਲੇ ਦਾ ਲਹੂ ਸੀ, ਉਹਨਾਂ ਘਰਾਂ ਤੋਂ ਵੱਖ ਕੀਤਾ ਜਿਨ੍ਹਾਂ ਕੋਲ ਉਹ ਨਹੀਂ ਸੀ। ਪਰਮੇਸ਼ਵਰ ਨੇ ਇੱਕ ਹੋਰ ਦੰਡ ਦਿੱਤਾ ਅਤੇ ਦੂਸਰੇ ਪਾਸੇ ਮੁਕਤੀ ਦੀ ਕਿਰਪਾ, ਕਿਉਂਕਿ ਮਿਸਰ ਇਸ ਪਾਪ ਨਾਲ ਭਰੇ ਸੰਸਾਰ ਨੂੰ ਸੰਕੇਤ ਕਰਦਾ ਹੈ। ਇਸ ਲਈ ਅੰਤਿਮ ਨਿਆਂ ਦੇ ਦਿਨ ਅਜਿਹੇ ਲੋਕ ਹੋਣਗੇ ਜਿਨ੍ਹਾਂ ਕੋਲ ਪਰਮੇਸ਼ਵਰ ਦਾ ਦਾਗ ਹੋਵੇਗਾ ਅਤੇ ਅਜਿਹੇ ਲੋਕ ਹੋਣਗੇ ਜਿਨ੍ਹਾਂ ਕੋਲ ਦਰਿੰਦੇ ਦਾ ਦਾਗ ਹੋਵੇਗਾ। ਇਸ ਤਰ੍ਹਾਂ ਜਿਨ੍ਹਾਂ ਕੋਲ ਪਰਮੇਸ਼ਵਰ ਦਾ ਦਾਗ ਹੈ ਉਹ ਮੁਕਤੀ ਦੀ ਕਿਰਪਾ ਪ੍ਰਾਪਤ ਕਰਨਗੇ ਅਤੇ ਜਿਨ੍ਹਾਂ ਕੋਲ ਦਰਿੰਦੇ ਦਾ ਦਾਗ ਹੈ ਉਹਨਾਂ ਨੂੰ ਸਦੀਪਕ ਨਰਕ ਵਿੱਚ ਸੁੱਟ ਦਿੱਤਾ ਜਾਏਗਾ। ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਪਰਮੇਸ਼ਵਰ ਇਹਨਾਂ ਦੋ ਸਮੂਹਾਂ ਨੂੰ ਵੱਖ ਕਰਦੇ ਹਨ ਅਤੇ ਵੰਡ ਕਰਦੇ ਹਨ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਅਧਿਆਇ 19 ਵਚਨ 19 ਉੱਤੇ ਜਾਈਏ। ਫਿਰ ਮੈਂ ਵੇਖਿਆ ਭਾਈ ਉਹ ਦਰਿੰਦਾ ਅਤੇ ਧਰਤੀ ਦੇ ਰਾਜੇ ਅਤੇ ਉਹਨਾਂ ਦੀਆਂ ਫੌਜਾਂ ਇਕੱਠੀਆਂ ਹੋਈਆਂ ਭਾਈ ਉਹਦੇ ਨਾਲ ਜਿਹੜਾ ਘੋੜੇ ਉੱਤੇ ਸਵਾਰ ਸੀ ਅਤੇ ਉਹਦੀ ਫੌਜ ਨਾਲ ਯੁੱਧ ਕਰਨ। ਅਤੇ ਉਹ ਦਰਿੰਦਾ ਫੜਿਆ ਗਿਆ ਅਤੇ ਉਹਦੇ ਨਾਲ ਉਹ ਝੂਠਾ ਨਬੀ ਵੀ, ਜਿਨੇ ਉਹਦੇ ਸਾਹਮਣੇ ਉਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾਂ ਨਾਲ ਉਸਨੇ ਉਹਨਾਂ ਨੂੰ ਭਰਮਾ ਛੱਡਿਆ ਸੀ, ਜਿਨ੍ਹਾਂ
ਉਸ ਦਰਿੰਦੇ ਦਾ ਦਾਗ ਲੁਕਾਇਆ ਸੀ, ਨਾਲੇ ਉਹਨਾਂ ਨੂੰ ਜਿਹੜੇ ਉਹਦੀ ਮੂਰਤੀ ਦੀ ਪੂਜਾ ਕਰਦੇ ਸਨ। ਇਹ ਦੋਵੇਂ ਉਸ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਹੈ ਜਿਉਂਦੇ ਜੀ ਸੁੱਟੇ ਗਏ, ਅਤੇ ਹੋਰ ਸਭ ਉਸ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜੋ ਉਹਦੇ ਮੂੰਹ ਵਿੱਚੋਂ ਨਿਕਲਦੀ ਸੀ ਵੱਢੇ ਗਏ, ਅਤੇ ਸਾਰੇ ਪੰਛੀ ਉਹਨਾਂ ਦੇ ਮਾਂਸ ਨਾਲ ਰੱਜ ਗਏ। ਜਿਨ੍ਹਾਂ ਕੋਲ ਦਰਿੰਦੇ ਦਾ ਦਾਗ ਹੈ ਉਹਨਾਂ ਦਾ ਅੰਤਿਮ ਪਰਿਣਾਮ ਕੀ ਹੋਵੇਗਾ? ਜਿਨ੍ਹਾਂ ਨੇ ਉਹਨਾਂ ਨੂੰ ਬਹਿਕਾਇਆ, ਜਿਨ੍ਹਾਂ ਉੱਤੇ ਉਸ ਦਰਿੰਦੇ ਦਾ ਦਾਗ ਸੀ ਅਤੇ ਜੋ ਉਸ ਦੀ ਮੂਰਤੀ ਦੀ ਪੂਜਾ ਕਰਦੇ, ਉਹ ਜਿਉਂਦੇ ਕਿੱਥੇ ਸੁੱਟ ਦਿੱਤੇ ਜਾਣਗੇ? ਉਹਨਾਂ ਨੂੰ ਅੱਗ ਦੇ ਕੁੰਡ ਵਿੱਚ ਜੋ ਗੰਧਕ ਨਾਲ ਸੜਦਾ ਹੈ ਸੁੱਟਿਆ ਜਾਵੇਗਾ। ਇਹ ਉਹਨਾਂ ਦਾ ਅੰਤਿਮ ਪਰਿਣਾਮ ਹੋਵੇਗਾ। ਉਹ ਸਾਰੇ ਨਰਕ ਦਾ ਦੰਡ ਭੁਗਤਣ ਲਈ ਨਿਯੁਕਤ ਹਨ। ਆਓ ਅਧਿਆਇ 13 ਉੱਤੇ ਜਾਈਏ। ਅਧਿਆਇ 13 ਵਚਨ 6। ਉਹਨੇ ਪਰਮੇਸ਼ਵਰ ਦੇ ਵਿਰੁੱਧ ਕੁਫਰ ਬਕਣ ਨੂੰ ਆਪਣਾ ਮੂੰਹ ਅੱਡਿਆ, ਭਈ ਉਸ ਦੇ ਨਾਮ ਅਤੇ ਉਸ ਦੇ ਡੇਰੇ ਉੱਤੇ ਅਰਥਾਤ ਉਹਨਾਂ ਉੱਤੇ ਜਿਹੜੇ ਸੁਰਗ ਵਿੱਚ ਵਸਦੇ ਹਨ ਕੁਫਰ ਬਕੇ। ਅਤੇ ਉਹਨੂੰ ਇਹ ਦਿੱਤਾ ਗਿਆ ਭਈ ਸੰਤਾਂ ਨਾਲ ਯੁੱਧ ਕਰੇ ਅਤੇ ਉਹਨਾਂ ਨੂੰ ਜਿੱਤ ਲਵੇ, ਅਤੇ ਹਰੇਕ ਗੋਤ ਉਮਤ ਭਾਖਿਆ ਅਤੇ ਕੌਮ ਉੱਤੇ ਉਹਨੂੰ ਅਖਤਿਆਰ ਦਿੱਤਾ ਗਿਆ। ਅਤੇ ਧਰਤੀ ਦੇ ਵਾਸੀ ਸਭੇ ਉਹ ਕੀ ਕਰਨਗੇ? ਉਹ ਉਹਨੂੰ ਮੱਥਾ ਟੇਕਣਗੇ, ਅਰਥਾਤ ਹਰੇਕ ਜਿਹਦਾ ਨਿਉ ਉਸ ਲੇਲੇ ਦੀ ਜਿਹੜਾ ਕੋਇਆ ਗਿਆ ਸੀ ਜੀਵਨ ਦੀ ਪੋਥੀ ਵਿੱਚ ਜਗਤ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ। ਤਦ ਕਿਉਂਕਿ ਉਹ ਦਰਿੰਦੇ ਦੀ ਪੂਜਾ ਕਰਦੇ ਹਨ, ਤਦ ਉਹਨਾਂ ਨੂੰ ਕਿਸ ਦਾ ਦਾਗ ਮਿਲਿਆ ਹੋਵੇਗਾ? ਉਹਨਾਂ ਸਾਰਿਆਂ ਨੇ ਦਰਿੰਦੇ ਦਾ ਦਾਗ ਹਾਸਿਲ ਕੀਤਾ ਹੋਵੇਗਾ। ਪ੍ਰਕਾਸ਼ ਦੀ ਪੋਥੀ ਅਧਿਆਇ 19 ਵਿੱਚ ਪਰਮੇਸ਼ਵਰ ਸਪਸ਼ਟ ਰੂਪ ਨਾਲ ਸਿਖਾਉਂਦੇ ਹਨ ਅਤੇ ਸਾਨੂੰ ਇਸ ਗੱਲ ਪ੍ਰਤੀ ਜਾਗਰੂਕ ਕਰਦੇ ਹਨ ਕਿ ਜੋ ਲੋਕ ਦਰਿੰਦੇ ਦਾ ਦਾਗ ਪ੍ਰਾਪਤ ਕਰਦੇ ਹਨ ਅਤੇ ਉਹਨਾਂ ਨੂੰ ਸਦੀਪਕ ਦੰਡ ਵਿੱਚ ਸੁੱਟ ਦਿੱਤਾ ਜਾਏਗਾ। ਕਦੀ-ਕਦੀ ਅਸੀਂ ਪਰਮਾਂ, ਸਬਤ ਅਤੇ ਸਾਰੀਆਂ ਆਰਾਧਨਾਵਾਂ ਨੂੰ ਸਧਾਰਨ ਆਰਾਧਨਾਵਾਂ ਮੰਨਦੇ ਹਾਂ, ਪਰ ਅਸੀਂ ਉਹਨਾਂ ਦੁਆਰਾ ਲਗਾਤਾਰ ਪਰਮੇਸ਼ਵਰ ਦਾ ਨਿਸ਼ਾਨ ਪ੍ਰਾਪਤ ਕਰ ਰਹੇ ਹਾਂ। ਫਿਰ ਪਰਮੇਸ਼ਵਰ ਦੇ ਨਿਯਮ, ਵਿਵਸਥਾ ਅਤੇ ਹੁਕਮ ਕੀ ਉਹ ਨਿਸ਼ਾਨ ਨਹੀਂ ਜਿਸ ਦੁਆਰਾ ਪਰਮੇਸ਼ਵਰ ਗਵਾਹੀ ਦੇ ਰਹੇ ਹਨ ਕਿ ਉਹ ਮੇਰੀ ਪ੍ਰਜਾ ਹੈ? ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਇੱਕ ਵਾਰ ਫਿਰ ਇਸ ਦੀ ਪੁਸ਼ਟੀ ਕਰੀਏ। ਅਧਿਆਇ 22 ਵਚਨ 7। ਵੇਖੋ ਮੈਂ ਛੇਤੀ ਆਉਂਦਾ ਹਾਂ। ਧੰਨ ਕੌਣ ਹਨ? ਧੰਨ ਉਹ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਗੱਲਾਂ ਦੀ ਪਾਲਣਾ ਕਰਦਾ ਹੈ। ਫਿਰ ਉਹ ਕੀ ਹੈ ਜਿਸ ਦੀ ਇਸ ਕਿਤਾਬ ਵਿੱਚ ਭਵਿੱਖਬਾਣੀ ਕੀਤੀ ਗਈ ਹੈ? ਇਹ ਕਿਤਾਬ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਜੇਕਰ ਅਸੀਂ ਦਰਿੰਦੇ ਦਾ ਦਾਗ ਹਾਸਿਲ ਕਰਦੇ ਹਾਂ ਤਦ ਅਸੀਂ ਯੁੱਗ-ਯੁੱਗ ਤੜਫਾਂਗੇ, ਅਤੇ ਇਹ ਵੀ ਕਿ ਜਦੋਂ ਅਸੀਂ ਪਰਮੇਸ਼ਵਰ ਦਾ ਦਾਗ ਪ੍ਰਾਪਤ ਕਰਾਂਗੇ ਤਦ ਅਸੀਂ ਬਚਾਏ ਜਾਵਾਂਗੇ, ਹੈ ਨਾ? ਪ੍ਰਕਾਸ਼ ਦੀ ਪੋਥੀ ਅਧਿਆਇ 7 ਅਨੁਸਾਰ ਪਰਮੇਸ਼ਵਰ ਆਪਣੀ ਮੋਹਰ ਕਿੱਥੇ ਲਗਾਉਣਗੇ? ਕੀ ਇਹ ਨਹੀਂ ਕਿਹਾ ਗਿਆ ਹੈ ਕਿ ਇਸ ਨੂੰ ਪਰਮੇਸ਼ਵਰ ਦੇ ਦਾਸਾਂ ਦੇ ਮੱਥਿਆਂ ਉੱਤੇ ਲਗਾਇਆ ਜਾਏਗਾ? ਤਦ ਕਿਉਂਕਿ ਇਹ ਪਰਮੇਸ਼ਵਰ ਦੀ ਮੋਹਰ ਹੈ, ਇਸ ਲਈ ਪਰਮੇਸ਼ਵਰ ਦੀ ਮੋਹਰ ਉੱਤੇ ਕਿਸ ਦਾ ਨਾਮ ਲਿਖਿਆ ਹੋਣਾ ਚਾਹੀਦਾ ਹੈ? ਮੇਰੀ ਮੋਹਰ ਉੱਤੇ ਮੇਰਾ ਨਾਮ ਦਰਜ ਹੈ। ਤੁਹਾਡੀ ਮੋਹਰ ਉੱਤੇ ਕਿਸ ਦਾ ਨਾਮ ਦਰਜ ਹੈ? ਉਸ ਉੱਤੇ ਤੁਹਾਡਾ ਨਾਮ ਦਰਜ ਹੈ। ਪਰਮੇਸ਼ਵਰ ਦੀ ਮੋਹਰ ਉੱਤੇ ਪਰਮੇਸ਼ਵਰ ਦਾ ਨਾਮ ਲਿਖਿਆ ਹੈ। ਪਰਮੇਸ਼ਵਰ ਦੀ ਮੋਹਰ ਉੱਤੇ ਪਰਮੇਸ਼ਵਰ ਦਾ ਨਾਮ ਹੈ ਜੋ ਪੂਰਬ ਦੇ ਇੱਕ ਦੇਸ਼ ਤੋਂ ਆਉਂਦੇ ਹਨ। ਦੂਸਰੇ ਸ਼ਬਦਾਂ ਵਿੱਚ ਇਹ ਪੁੱਤਰ ਦੇ ਯੁੱਗ ਵਿੱਚ ਪਰਮੇਸ਼ਵਰ ਦਾ ਨਾਮ ਨਹੀਂ ਹੈ ਅਤੇ ਨਾ ਹੀ ਪਿਤਾ ਦੇ ਯੁੱਗ ਵਿੱਚ ਪਰਮੇਸ਼ਵਰ ਦਾ ਨਾਮ ਹੈ, ਬਲਕਿ ਇਹ ਪਵਿੱਤਰ ਆਤਮਾ ਦੇ ਯੁੱਗ ਵਿੱਚ ਪਰਮੇਸ਼ਵਰ ਦਾ ਨਾਮ ਹੈ। ਪਵਿੱਤਰ ਆਤਮਾ ਦੇ ਯੁੱਗ ਵਿੱਚ ਪਰਮੇਸ਼ਵਰ ਦੇ ਨਾਮ ਬਾਰੇ ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਦੇਖੀਏ। ਅਧਿਆਇ 22 ਵਚਨ 17। ਆਤਮਾ ਅਤੇ ਲਾੜੀ ਆਖਦੀ ਹੈ ਆਓ, ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਕਤ ਲਵੇ। ਇਸ ਪਵਿੱਤਰ ਆਤਮਾ ਦੇ ਅੰਤਮ ਯੁੱਗ ਵਿੱਚ ਸਵਰਗੀ ਪਿਤਾ ਤੇ ਸਵਰਗੀ ਮਾਤਾ ਸਾਰੀ ਮਨੁੱਖ ਜਾਤੀ ਨੂੰ ਮੁਕਤੀ ਅਤੇ ਸਦੀਪਕ ਜੀਵਨ ਵੱਲ ਲੈ ਜਾਣ ਲਈ ਆਤਮਾ ਅਤੇ ਲਾੜੀ ਦੇ ਰੂਪ ਵਿੱਚ ਆਏ ਹਨ। ਕਿਉਂਕਿ ਪਰਮੇਸ਼ਵਰ ਜੋ ਸਾਨੂੰ ਬੁਲਾ ਰਹੇ ਹਨ, ਆਤਮਾ ਅਤੇ ਲਾੜੀ ਹਨ। ਇਹ ਇੱਕ ਨਹੀਂ ਬਲਕਿ ਦੋ ਹਨ। ਇਸ ਲਈ ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 3 ਵਿੱਚ ਜਾਈਏ ਅਤੇ ਦੇਖੀਏ ਕਿ ਸਾਡੇ ਮੱਥੇ ਉੱਤੇ ਲਿਖੇ ਜਾਣ ਵਾਲੇ ਨਾਮ ਦੇ ਰੂਪ ਵਿੱਚ ਪਰਮੇਸ਼ਵਰ ਦੇ ਕਿਹੜੇ ਨਾਮ ਬਾਈਬਲ ਵਿੱਚ ਦਰਜ ਹਨ। ਇਹ ਸਾਡੇ ਲਈ ਜੋ ਪਵਿੱਤਰ ਆਤਮਾ ਦੇ ਇਸ ਯੁੱਗ ਵਿੱਚ ਜੀ ਰਹੇ ਹਨ ਸਭ ਤੋਂ ਮਹੱਤਵਪੂਰਨ ਨਿਸ਼ਾਨ ਹੈ, ਜੋ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ਵਰ ਦੀ ਸੰਤਾਨ ਹਾਂ। ਆਓ ਵਚਨ 12 ਦੇਖੀਏ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਆਪਣੇ ਪਰਮੇਸ਼ਵਰ ਦੀ ਹੈਕਲ ਵਿੱਚ ਇੱਕ ਥੰਮ ਬਣਾਵਾਂਗਾ ਅਤੇ ਉਹ ਫਿਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਪਰਮੇਸ਼ਵਰ ਦਾ ਨਾਮ ਅਤੇ ਆਪਣੇ ਪਰਮੇਸ਼ਵਰ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਾਮ ਜਿਹੜੀ ਪਰਮੇਸ਼ਵਰ ਵੱਲੋਂ ਸਵਰਗ ਵਿੱਚੋਂ ਉਤਰਦੀ ਹੈ, ਉਹ ਕਿਸ ਦਾ ਨਾਮ ਹੈ?
ਨਵੀਂ ਯਰੂਸ਼ਲਮ ਦਾ ਨਾਮ ਜਿਹੜੀ ਪਰਮੇਸ਼ਵਰ ਵੱਲੋਂ ਸੁਰਗ ਵਿੱਚੋਂ ਉਤਰਦੀ ਹੈ। ਗਲਾਤੀਆਂ ਅਧਿਆਇ 4 ਵਚਨ 26 ਅਨੁਸਾਰ, ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ। ਉਹ ਕੌਣ ਹੈ? ਉਹ ਸਾਡੀ ਮਾਤਾ ਹੈ। ਇਸ ਲਈ ਮਾਤਾ ਪਰਮੇਸ਼ਵਰ ਦਾ ਨਾਮ ਅਤੇ ਕਿਸ ਦਾ ਨਾਮ? ਕਿਹਾ ਗਿਆ ਹੈ ਕਿ ਉਹ ਉਸ ਉੱਤੇ ਯੀਸ਼ੂ ਦਾ ਨਵਾਂ ਨਾਮ ਵੀ ਲਿਖਣਗੇ। ਪ੍ਰਕਾਸ਼ ਦੀ ਪੋਥੀ ਅਧਿਆਇ 7 ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਦੀ ਮੋਹਰ ਉਹਨਾਂ ਲੋਕਾਂ ਦੇ ਮੱਥਿਆਂ ਉੱਤੇ ਲਗਾਈ ਜਾਏਗੀ ਜੋ ਮੁਕਤੀ ਪਾਉਣਗੇ। ਪਰਮੇਸ਼ਵਰ ਜੋ ਸਾਨੂੰ ਮੁਕਤੀ ਦਿੰਦੇ ਹਨ ਉਹ ਇੱਕ ਨਹੀਂ ਹਨ। ਆਤਮਾ ਅਤੇ ਲਾੜੀ ਕਹਿੰਦੇ ਹਨ, ਆਓ ਅਤੇ ਜੀਵਨ ਜਲ ਲਵੋ। ਇਸ ਪ੍ਰਕਾਰ ਆਤਮਾ ਦਾ ਨਾਮ, ਜਿਸ ਦੀ ਗਵਾਹੀ ਆਪਣੇ ਨਵੇਂ ਨਾਮ ਦੇ ਰੂਪ ਵਿੱਚ ਦਿੱਤੀ ਗਈ ਹੈ, ਅਤੇ ਲਾੜੀ ਦਾ ਨਾਮ ਨਵੇਂ ਯਰੂਸ਼ਲਮ ਦਾ ਨਾਮ ਦੇ ਰੂਪ ਵਿੱਚ ਦਰਜ ਕੀਤਾ ਗਿਆ ਹੈ, ਅੰਤ ਦੇ ਦਿਨਾਂ ਵਿੱਚ ਪਰਮੇਸ਼ਵਰ ਦੇ ਲੋਕਾਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਨਿਸ਼ਾਨ ਹੋਵੇਗਾ। ਇਸ ਲਈ ਉਸਨੇ ਕਿਹਾ, ਕਿਸੇ ਅਜਿਹੇ ਦੇ ਨੇੜੇ ਨਾ ਜਾਣਾ ਜਿਸ ਕੋਲ ਇਹ ਨਾਮ ਹੋਵੇ। ਮੈਂ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਨੁਕਸਾਨ ਪਹੁੰਚੇ। ਇਸ ਯੁੱਗ ਵਿੱਚ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਆਪਣਾ ਨਵਾਂ ਨਾਮ ਅਤੇ ਨਵੀਂ ਯਰੂਸ਼ਲਮ ਦਾ ਨਾਮ ਦਿੱਤਾ ਹੈ ਅਤੇ ਉਹਨਾਂ ਉੱਤੇ ਇਹਨਾਂ ਨਾਮਾਂ ਨਾਲ ਮੋਹਰ ਲਗਾਈ ਹੈ। ਇਹ ਲੋਕ ਭਵਿੱਖਬਾਣੀ ਦੇ ਨਾਇਕ ਹਨ ਜੋ ਹਮੇਸ਼ਾ ਲਈ ਸ਼ੈਤਾਨ ਦੇ ਵਿਰੁੱਧ ਲੜਾਈ ਵਿੱਚ ਜਿੱਤਣ ਵਿੱਚ ਸਫਲ ਹੋਣਗੇ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 12 ਦੇ ਦ੍ਰਿਸ਼ ਉੱਤੇ ਇੱਕ ਨਜ਼ਰ ਪਾਈਏ। ਅਧਿਆਇ 12 ਵਚਨ 17, ਅਤੇ ਅਜਗਰ ਨੂੰ ਇਸਤਰੀ ਉੱਤੇ ਕ੍ਰੋਧ ਆਇਆ ਅਤੇ ਉਹਦੇ ਵੰਸ਼ ਵਿੱਚੋਂ ਜਿਹੜੇ ਰਹਿੰਦੇ ਅਤੇ ਜਿਹੜੇ ਪਰਮੇਸ਼ਵਰ ਦੀਆਂ ਸਾਰੀਆਂ ਆਗਿਆਵਾਂ ਦੀ ਪਾਲਣਾ ਕਰਦੇ ਅਤੇ ਯੀਸ਼ੂ ਦੀ ਸਾਖੀ ਭਰਦੇ ਹਨ, ਉਹਨਾਂ ਨਾਲ ਯੁੱਧ ਕਰਨ ਨੂੰ ਚਲਿਆ ਗਿਆ ਅਤੇ ਉਹ ਸਮੁੰਦਰ ਦੇ ਬਰੇਤੇ ਉੱਤੇ ਜਾ ਖਲੋਤਾ। ਅਜਗਰ ਸ਼ੈਤਾਨ ਹੈ ਜੋ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਨ ਕਰਦੇ ਹਨ। ਇਹ ਉਹ ਹਨ ਜਿਨ੍ਹਾਂ ਕੋਲ ਪਰਮੇਸ਼ਵਰ ਦਾ ਦਾਗ ਹੈ। ਬਾਈਬਲ ਕਹਿੰਦੀ ਹੈ, ਅਤੇ ਤੇਰੇ ਤੇ ਤੀਮੀ ਵਿੱਚ ਅਤੇ ਤੇਰੀ ਸੰਤਾਨ ਤੇ ਤੀਮੀ ਦੀ ਸੰਤਾਨ ਵਿੱਚ ਮੈਂ ਬੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਤੇ ਤੂੰ ਉਹਦੀ ਅੱਡੀ ਨੂੰ ਡੰਗ ਮਾਰੇਗਾ। ਕਿ ਇਹ ਉਤਪਤੀ ਦੀ ਕਿਤਾਬ ਅਧਿਆਇ 3 ਵਚਨ 15 ਵਿੱਚ ਦਰਜ ਨਹੀਂ? ਇਸਤਰੀ ਸਾਰੀ ਮਨੁੱਖ ਜਾਤੀ ਦੀ ਮਾਤਾ ਹੈ। ਉਹ ਆਦਮ ਸੀ ਜਿਸ ਨੇ ਉਸ ਨੂੰ ਉਹ ਨਾਮ ਦਿੱਤਾ ਜਿਸ ਦਾ ਅਰਥ ਜੀਵਨ ਹੈ। ਇੱਥੇ ਇਸਤਰੀ ਕੀ ਹਵਾ ਨੂੰ ਸੰਕੇਤ ਨਹੀਂ ਕਰਦੀ ਜੋ ਜਿੰਨੇ ਮਨੁੱਖ ਜਿਉਂਦੇ ਹਨ ਉਹਨਾਂ ਸਾਰਿਆਂ ਦੀ ਮਾਤਾ ਹੈ? ਆਤਮਿਕ ਅਜਗਰ ਸ਼ੈਤਾਨ ਅਤੇ ਆਤਮਿਕ ਹਵਾ ਵਿਚਕਾਰ ਕੀ ਹੋਇਆ? ਅਜਗਰ ਇਸਤਰੀ ਉੱਤੇ ਕ੍ਰੋਧਿਤ ਹੋਇਆ ਅਤੇ ਉਸ ਦੇ ਬਾਕੀ ਵੰਸ਼ ਦੇ ਖਿਲਾਫ ਯੁੱਧ ਕਰਨ ਲਈ ਨਿਕਲਿਆ। ਇਸਤਰੀ ਦੇ ਬਾਕੀ ਵੰਸ਼ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਹਮੇਸ਼ਾ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਨ ਕਰਦੇ ਹਨ। ਇਹ ਨਿਸ਼ਾਨ ਹੈ। ਜਿਸ ਤਰ੍ਹਾਂ ਪਰਮੇਸ਼ਵਰ ਦੇ ਲੋਕ ਪਰਮੇਸ਼ਵਰ ਦੀ ਆਰਾਧਨਾ ਕਰਦੇ ਹਨ, ਉਹ ਸੰਸਾਰ ਦੇ ਲੋਕਾਂ ਦੇ ਦਰਿੰਦੇ ਦੀ ਆਰਾਧਨਾ ਕਰਨ ਦੇ ਤਰੀਕੇ ਤੋਂ ਵੱਖ ਹਨ। ਆਰਾਧਨਾ ਦੇ ਤਰੀਕੇ ਸਮੇਂ ਅਤੇ ਪਰਮੇਸ਼ਵਰ ਦੇ ਨਾਮ ਜਿਨ੍ਹਾਂ ਨੂੰ ਪਰਮੇਸ਼ਵਰ ਦੇ ਲੋਕ ਬੁਲਾਉਂਦੇ ਹਨ, ਉਹ ਉਹਨਾਂ ਤੋਂ ਬਿਲਕੁਲ ਵੱਖ ਹਨ ਜਿਨ੍ਹਾਂ ਦਾ ਲੋਕ ਦਰਿੰਦੇ ਦੀ ਆਰਾਧਨਾ ਕਰਨ ਲਈ ਸੰਸਾਰ ਵਿੱਚ ਵਰਤੋਂ ਕਰਦੇ ਹਨ। ਉਹਨਾਂ ਵਿਚਕਾਰ ਅੰਤਰ ਕਰਨ ਲਈ ਪਰਮੇਸ਼ਵਰ ਨੇ ਇੱਕ ਯੋਜਨਾ ਬਣਾਈ ਹੈ। ਜੇਕਰ ਪਰਮੇਸ਼ਵਰ ਯੀਸ਼ੂ ਦੇ ਨਾਮ ਦੀ ਵਰਤੋਂ ਕਰਨਾ ਜਾਰੀ ਰੱਖਦੇ ਹਨ, ਤਦ ਬਾਅਦ ਵਿੱਚ ਪਰਮੇਸ਼ਵਰ ਦੇ ਲੋਕਾਂ ਨੂੰ ਸ਼ੈਤਾਨ ਦੇ ਲੋਕਾਂ ਤੋਂ ਵੱਖ ਕਰਨਾ ਮੁਸ਼ਕਿਲ ਹੋਵੇਗਾ। ਫਿਰ ਪਰਮੇਸ਼ਵਰ ਨੇ ਕੀ ਕੀਤਾ? ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਇੱਕ ਨਵਾਂ ਨਾਮ ਦਿੱਤਾ। ਇਸ ਦਾ ਕਾਰਨ ਕੀ ਹੈ? ਇਹ ਉਹਨਾਂ ਵਿਚਕਾਰ ਅੰਤਰ ਕਰਨ ਲਈ ਹੈ। ਪਰਮੇਸ਼ਵਰ ਦੇ ਲੋਕਾਂ ਨੂੰ ਉਹਨਾਂ ਲੋਕਾਂ ਤੋਂ ਵੱਖ ਕਰਨ ਲਈ ਜੋ ਪਰਮੇਸ਼ਵਰ ਦੇ ਲੋਕ ਨਹੀਂ ਹਨ। ਪਰਮੇਸ਼ਵਰ ਨੇ ਸਾਨੂੰ ਨਵਾਂ ਨਾਮ ਦਿੱਤਾ ਹੈ। ਪਰਮੇਸ਼ਵਰ ਨੇ ਉਹਨਾਂ ਲੋਕਾਂ ਨੂੰ ਜੋ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਨ ਅਤੇ ਜਿਨ੍ਹਾਂ ਕੋਲ ਨਵਾਂ ਨਾਮ ਅਤੇ ਨਵੀਂ ਯਰੂਸ਼ਲਮ ਦਾ ਨਾਮ ਹੈ, ਉਹਨਾਂ ਲੋਕਾਂ ਤੋਂ ਵੱਖ ਕੀਤਾ ਜਿਨ੍ਹਾਂ ਕੋਲ ਉਹ ਨਹੀਂ ਹੈ। ਇਹ ਅਦਭੁਤ ਯੋਜਨਾ ਹੈ ਜਿਸ ਨੂੰ ਪਰਮੇਸ਼ਵਰ ਨੇ ਸਥਾਪਿਤ ਕੀਤਾ ਹੈ। ਇਹੀ ਕਾਰਨ ਹੈ ਕਿ ਪਰਮੇਸ਼ਵਰ ਨੇ ਸਾਨੂੰ ਸਬਤ ਪਸਾ ਆਪਣਾ ਨਵਾਂ ਨਾਮ ਦਿੱਤਾ ਅਤੇ ਆਖਰਕਾਰ ਨਵੀਂ ਯਰੂਸ਼ਲਮ ਦੇ ਵਡਿਆਈ ਭਰੇ ਨਾਮ ਉੱਤੇ ਵਿਸ਼ਵਾਸ ਕਰਨ ਲਈ ਸਾਡੀ ਅਗਵਾਈ ਕੀਤੀ। ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸ਼ੈਤਾਨ ਦਾ ਦਾਗ ਹਾਸਿਲ ਕੀਤਾ ਹੈ, ਪਰਮੇਸ਼ਵਰ ਨੇ ਕਿਹਾ ਉਹ ਅੱਗ ਦੀ ਝੀਲ ਵਿੱਚ ਜੁਗੋ ਜੁਗ ਦੁੱਖ ਪਾਉਣਗੇ। ਉਹਨਾਂ ਦੀ ਪੀੜਾ ਦਾ ਧੂਆਂ ਜੁਗ ਜੁਗ ਉੱਠਦਾ ਰਹੇਗਾ। ਆਪਣੇ ਲੋਕਾਂ ਨੂੰ ਪਰਮੇਸ਼ਵਰ ਨੇ ਕਿਹਾ ਉਹ ਰਾਜ ਦੇ ਜਾਜਕ ਦੇ ਰੂਪ ਵਿੱਚ ਵਡਿਆਈ ਭਰੀ ਦੁਨੀਆ ਵਿੱਚ ਜੁਗੋ ਜੁਗ ਰਾਜ ਕਰਨਗੇ, ਜਿੱਥੇ ਮੌਤ ਜਾਂ ਸੋਗ ਜਾਂ ਦਰਦ ਨਹੀਂ ਹੈ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਉੱਤੇ ਇੱਕ ਨਜ਼ਰ ਪਾਈਏ। ਵਚਨ 1, ਉਸ ਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗੂ ਉਜਲ ਪਰਮੇਸ਼ਵਰ ਅਤੇ ਲੇਲੇ ਦੇ ਸਿੰਘਾਸਨ ਵਿੱਚੋਂ ਨਿਕਲਦੀ ਉਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ।
ਉਸ ਨਦੀ ਦੇ ਉਰਾਰ ਪਾਰ ਜੀਵਨ ਦਾ ਬਿਰਛ ਹੈ, ਜਿਹਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ ਅਤੇ ਉਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ। ਅਤੇ ਹੁਣ ਅਗਾਹਾਂ ਨੂੰ ਕੋਈ ਸਰਾਪ ਨਾ ਹੋਵੇਗਾ ਤੇ ਪਰਮੇਸ਼ਵਰ ਅਤੇ ਲੇਲੇ ਦਾ ਸਿੰਘਾਸਨ ਉਸ ਵਿੱਚ ਹੋਵੇਗਾ ਅਤੇ ਉਹਦੇ ਦਾਸ ਉਹਦੀ ਉਪਾਸਨਾ ਕਰਨਗੇ ਅਤੇ ਉਹ ਦਾ ਦਰਸ਼ਨ ਪਾਉਣਗੇ ਅਤੇ ਉਹਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ। ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਲੋੜ, ਸਗੋਂ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ ਹੋਵੇਗੀ, ਕਿਉਂ ਜੋ ਪ੍ਰਭੂ ਪਰਮੇਸ਼ਵਰ ਉਹਨਾਂ ਨੂੰ ਚਾਨਣ ਕਰੇਗਾ ਅਤੇ ਉਹ ਜੁਗੋ ਜੁਗ ਰਾਜ ਕਰਨਗੇ। ਜੋ ਲੋਕ ਇਸ ਤਰ੍ਹਾਂ ਦੀ ਕਿਰਪਾ ਨੂੰ ਪਾ ਸਕਦੇ ਹਨ, ਇਹ ਉਹ ਹਨ ਜਿਨ੍ਹਾਂ ਕੋਲ ਪਰਮੇਸ਼ਵਰ ਦਾ ਦਾਗ ਹੈ। ਜਿਨ੍ਹਾਂ ਲੋਕਾਂ ਨੇ ਪਰਮੇਸ਼ਵਰ ਦਾ ਦਾਗ ਹਾਸਿਲ ਕੀਤਾ ਹੈ, ਉਹਨਾਂ ਨੂੰ ਇਹ ਸਾਰੀਆਂ ਆਸ਼ੀਸ਼ਾਂ ਦਿੱਤੀਆਂ ਜਾਣਗੀਆਂ। ਪਰ ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਅਧਿਆਇ 19 ਵਚਨ 19 ਪੜ੍ਹਦੇ ਹਾਂ, ਤਦ ਪਰਮੇਸ਼ਵਰ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਦਰਿੰਦੇ ਦਾ ਦਾਗ ਮਿਲਿਆ ਹੈ ਕਿਹਾ, ਜਿਸ ਕਿਸੇ ਨੇ ਉਸ ਦਰਿੰਦੇ ਦਾ ਦਾਗ ਹਾਸਿਲ ਕੀਤਾ ਹੈ ਅਤੇ ਉਸ ਦੀ ਮੂਰਤੀ ਦੀ ਪੂਜਾ ਕੀਤੀ ਹੈ, ਉਹਨਾਂ ਵਿੱਚੋਂ ਇੱਕ ਵੀ ਨਾ ਬਚੇਗਾ ਅਤੇ ਉਹ ਅੱਗ ਦੇ ਕੁੰਡ ਵਿੱਚ ਜੁਗ ਜੁਗ ਤੜਫਦੇ ਰਹਿਣਗੇ। ਜਦੋਂ ਮੈਂ ਟੀਵੀ ਤੇ ਕੋਵਿਡ-19 ਨਾਲ ਦੁਖੀ ਲੋਕਾਂ ਦਾ ਇੰਟਰਵਿਊ ਦੇਖਿਆ, ਤਦ ਉਹਨਾਂ ਨੇ ਕਿਹਾ ਕਿ ਉਹ ਬਹੁਤ ਦਰਦ ਵਿੱਚ ਸੀ ਅਤੇ ਉਹਨਾਂ ਨੇ ਕਦੀ ਕਿਸੇ ਬਿਮਾਰੀ ਦੇ ਕਾਰਨ ਇਸ ਤਰ੍ਹਾਂ ਦੇ ਦੁੱਖ ਦਾ ਅਹਿਸਾਸ ਨਹੀਂ ਕੀਤਾ ਸੀ। ਜਦੋਂ ਵੀ ਮੈਂ ਇਹ ਸੁਣਦਾ ਹਾਂ, ਮੈਂ ਆਪਣੇ ਆਪ ਸੋਚਦਾ ਹਾਂ ਕਿ ਸਾਨੂੰ ਕਦੀ ਵੀ ਨਰਕ ਵਿੱਚ ਨਹੀਂ ਜਾਣਾ ਚਾਹੀਦਾ। ਲੋਕ ਇਸ ਧਰਤੀ ਉੱਤੇ ਅਹਿਸਾਸ ਕੀਤੇ ਜਾਣ ਵਾਲੇ ਥੋੜੇ ਜਿਹੇ ਦੁੱਖ ਨਾਲ ਤੜਫ ਰਹੇ ਹਨ। ਤਦ ਜਦੋਂ ਉਹਨਾਂ ਦਾ ਦੁੱਖ ਦਾ ਧੂਆਂ ਸਦਾ ਲਈ ਉੱਠਦਾ ਰਹੇਗਾ, ਤਦ ਉਹਨਾਂ ਦਾ ਕੀ ਹੋਵੇਗਾ? ਫਿਰ ਵੀ ਇਸ ਦੁਨੀਆ ਵਿੱਚ ਲੋਕ ਸਵਰਗ ਅਤੇ ਨਰਕ ਦੀ ਗੱਲ ਨੂੰ ਤੁੱਛ ਸਮਝਦੇ ਹਨ। ਉਹ ਮੂਰਖਤਾ ਨਾਲ ਕਹਿੰਦੇ ਹਨ, ਜੋ ਮੈਂ ਸਵਰਗ ਵਿੱਚ ਨਹੀਂ ਜਾ ਸਕਦਾ, ਤਦ ਮੈਂ ਨਰਕ ਵਿੱਚ ਜਾ ਸਕਦਾ ਹਾਂ। ਸਾਰੇ ਲੋਕੋ, ਕੀ ਅਜਿਹੀ ਕਹਾਵਤ ਨਹੀਂ ਹੈ ਜੋ ਕਹਿੰਦੀ ਹੈ, ਸਾਵਧਾਨ ਰਹੋ ਕਿ ਤੁਸੀਂ ਕੀ ਮੰਗਦੇ ਹੋ ਉਹ ਸੱਚ ਹੋ ਸਕਦਾ ਹੈ। ਸਾਨੂੰ ਉਹਨਾਂ ਸ਼ਬਦਾਂ ਪ੍ਰਤੀ ਜੋ ਅਸੀਂ ਬੋਲਦੇ ਹਾਂ ਸਾਵਧਾਨ ਰਹਿਣਾ ਚਾਹੀਦਾ ਹੈ। ਸਵਰਗ ਦੇ ਵਡਿਆਈ ਭਰੇ ਰਾਜ ਵਿੱਚ ਜਾਣ ਲਈ, ਜਿਸ ਨੂੰ ਪਿਤਾ ਅਤੇ ਮਾਤਾ ਨੇ ਤਿਆਰ ਕੀਤਾ ਹੈ, ਸਾਨੂੰ ਲਗਨ ਨਾਲ ਪਰਬ ਮਨਾਉਣੇ ਚਾਹੀਦੇ ਹਨ ਅਤੇ ਉਹਨਾਂ ਸਾਰੀਆਂ ਵਿਧੀਆਂ ਅਤੇ ਨਿਯਮਾਂ ਦਾ ਪਾਲਨ ਕਰਨਾ ਚਾਹੀਦਾ ਹੈ ਜੋ ਪਰਮੇਸ਼ਵਰ ਨੇ ਸਾਨੂੰ ਦਿੱਤੇ ਹਨ। ਸਾਨੂੰ ਹਮੇਸ਼ਾ ਮਾਣ ਅਤੇ ਆਤਮ ਵਿਸ਼ਵਾਸ ਨਾਲ ਭਰਿਆ ਰਹਿਣਾ ਚਾਹੀਦਾ ਹੈ, ਕਿਉਂਕਿ ਅਸੀਂ ਪਰਮੇਸ਼ਵਰ ਦਾ ਦਾਗ ਪ੍ਰਾਪਤ ਕੀਤਾ ਹੈ। ਪਰਮੇਸ਼ਵਰ ਦੇ ਦਾਗ ਨੂੰ ਮਿਟਾਉਣ ਲਈ ਸ਼ੈਤਾਨ ਪਰਮੇਸ਼ਵਰ ਦੇ ਲੋਕਾਂ ਉੱਤੇ ਅਤਿਆਚਾਰ ਕਰਦਾ ਹੈ, ਜੋ ਗਿਣਤੀ ਵਿੱਚ ਥੋੜੇ ਹਨ। ਉਸ ਨੇ ਸਮੇਂ ਅਤੇ ਨਿਯਮਾਂ ਨੂੰ ਵੀ ਬਦਲ ਦਿੱਤਾ ਤਾਂ ਜੋ ਪਰਮੇਸ਼ਵਰ ਦੇ ਲੋਕ ਉਹਨਾਂ ਦਾ ਪਾਲਣ ਨਾ ਕਰ ਸਕਣ। ਪਰ ਜਿਵੇਂ ਕਿ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 12 ਵਿੱਚ ਦੇਖ ਸਕਦੇ ਹਾਂ, ਪਰਮੇਸ਼ਵਰ ਦੇ ਲੋਕ ਅੰਤ ਤੱਕ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਨ ਕਰਨ ਅਤੇ ਯੀਸ਼ੂ ਉੱਤੇ ਦ੍ਰਿੜਤਾ ਨਾਲ ਵਿਸ਼ਵਾਸ ਕਰਨ ਤੋਂ ਨਹੀਂ ਰਹਿੰਦੇ। ਉਹ ਭਵਿੱਖਬਾਣੀ ਦੇ ਰਸਤੇ ਉੱਤੇ ਚੱਲ ਰਹੇ ਹਨ, ਜਿਸ ਨੂੰ ਪਿਤਾ ਅਤੇ ਮਾਤਾ ਨੇ ਪਰਮੇਸ਼ਵਰ ਦੀ ਮੋਹਰ ਉਹਨਾਂ ਦੇ ਮੱਥਿਆਂ ਉੱਤੇ ਲਗਾ ਕੇ ਉਹਨਾਂ ਨੂੰ ਸੌਂਪਿਆ ਹੈ। ਉਹ ਕੌਣ ਹੈ ਜੋ ਸਾਡੇ ਮਨ, ਸਾਡੇ ਵਿਸ਼ਵਾਸ ਅਤੇ ਸਾਡੇ ਦਿਮਾਗ ਵਿੱਚ ਵੀ ਹੈ? ਜੋ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਉੱਤੇ ਦ੍ਰਿੜਤਾ ਨਾਲ ਵਿਸ਼ਵਾਸ ਕਰਦੇ ਹਨ ਅਤੇ ਜੋ ਉਹਨਾਂ ਦੇ ਨਵੇਂ ਨਾਮ ਅਤੇ ਨਵੀਂ ਯਰੂਸ਼ਲਮ ਦੇ ਨਾਮ ਉੱਤੇ ਵੀ ਵਿਸ਼ਵਾਸ ਕਰਦੇ ਹਨ। ਕੀ ਇਹ ਉਹ ਲੋਕ ਨਹੀਂ ਜੋ ਮਸੀਹ ਦੇ ਰਸਤੇ ਦਾ ਪਾਲਨ ਕਰਨ ਦੇ ਯੋਗ ਹਨ, ਜਿੱਥੇ ਵੀ ਉਹ ਉਹਨਾਂ ਦੀ ਅਗਵਾਈ ਕਰਦੇ ਹਨ, ਅਤੇ ਕੀ ਉਹ ਹੀ ਸਵਰਗ ਨਹੀਂ ਜਾਣਗੇ? ਇਹ ਪ੍ਰਾਰਥਨਾ ਕਰਦੇ ਹੋਏ ਕਿ ਕੋਈ ਵੀ ਮਸੀਹ ਦੇ ਰਸਤੇ ਉੱਤੇ ਚੱਲਣ ਵਿੱਚ ਪਿੱਛੇ ਨਹੀਂ ਰਹੇਗਾ, ਸਾਨੂੰ ਪਰਮੇਸ਼ਵਰ ਦਾ ਦਾਗ ਦੇਣ ਅਤੇ ਸਾਡੀ ਅਗਵਾਈ ਕਰਨ ਦੀ ਕਿਰਪਾ ਲਈ, ਤਾਂ ਜੋ ਅਸੀਂ ਦਰਿੰਦੇ ਦਾ ਦਾਗ ਪ੍ਰਾਪਤ ਨਾ ਕਰੀਏ। ਮੈਂ ਇੱਕ ਵਾਰ ਫਿਰ ਪਰਮੇਸ਼ਵਰ ਨੂੰ ਵਡਿਆਈ ਦਿੰਦਾ ਹਾਂ। ਇਹ ਆਸ ਕਰਦੇ ਹੋਏ ਕਿ ਤੁਸੀਂ ਬਹੁਤ ਕਿਰਪਾ ਪ੍ਰਾਪਤ ਕੀਤੀ ਹੈ, ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।